ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਥੋੜੇ ਸਮੇਂ ਦੇ ਵਿੱਚ ਸੰਖੇਪ ਸ਼ਬਦਾਂ ਦੇ ਵਿੱਚ ਜੋ ਕੁਝ ਪੰਜਾਬ ਦੀ ਧਰਤੀ ਦੇ ਉੱਪਰ 1-2 ਦਿਨਾਂ ਤੋਂ ਵਾਪਰ ਰਿਹਾ ਹੈ ਉਸ ਦੀ ਪਿੱਠ ਭੂਮੀ ਨੂੰ ਸਮਝਣ ਦਾ ਯਤਨ ਕਰਾਂਗੇ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਨੀਤੀ ਨਾਲ ਸੰਬੰਧਿਤ ਕਿਤਾਬਾਂ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਆਪਣੇ ਵਿਰੋਧੀ ਦੀ ਮਾਨਸਿਕਤਾ ਨੂੰ ਸਮਝਣਾ। ਤੇ ਜੇਕਰ ਅਸੀਂ ਇਸ ਮਾਨਸਿਕਤਾ ਨੂੰ ਸਮਝਣਾ ਹੋਵੇ ਤਾਂ ਮੈਂ ਆਪਣੇ ਸਾਰੇ ਹੀ ਦਰਸ਼ਕ ਵੀਰਾਂ ਔਰ ਭੈਣਾਂ ਨੂੰ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਸਰਦਾਰ ਨਰੈਣ ਸਿੰਘ ਦੀ ਇੱਕ ਕਿਤਾਬ ਹੈ ਕਿਉਂ ਕੀਤੋ ਵਿਸਾਹ। ਉਸ ਕਿਤਾਬ ਦੇ ਵਿੱਚ ਉਹਨਾਂ ਨੇ 1900 ਤੋਂ ਲੈ ਕੇ 1911 ਤੱਕ ਤਕਰੀਬਨ 11 ਸਾਲ ਅੰਗਰੇਜ਼ਾਂ ਦੇ ਵੱਲੋਂ CID ਡਿਪਾਰਟਮੈਂਟ ਦੇ ਅਸਿਸਟੈਂਟ ਡਾਇਰੈਕਟਰ ਮਿਸਟਰ ਡੀ ਪੈਟਰੀ ਦਾ ਇੱਕ ਹਵਾਲਾ ਦਰਜ ਕੀਤਾ ਹੈ, ਬੜਾ ਅਹਿਮ ਹੈ। ਉਸ ਦੇ ਵਿੱਚ ਉਹਨਾਂ ਨੇ ਹਿੰਦੂਤਵ ਦੀ ਮਾਨਸਿਕਤਾ ਨੂੰ ਸਮਝਾਇਆ ਹੈ ਔਰ ਬੜੇ ਵਿਸਥਾਰ ਦੇ ਵਿੱਚ, ਚਾਹੇ ਕਿ ਉਹਨਾਂ ਨੇ ਹਵਾਲਾ ਕੇਵਲ 10, 12, 17 ਦੇ ਵਿੱਚ ਦਿੱਤਾ ਹੋਇਆ, ਪਰ ਉਹਨਾਂ 10, 12, 17 ਨੂੰ ਸਮਝਣ ਦੇ ਨਾਲ ਹੀ ਸਾਨੂੰ ਇਸ ਦੇ ਪਿੱਛੇ ਜਿਹੜੀ ਮਾਨਸਿਕਤਾ ਹੈ, ਬਹੁ ਗਿਣਤੀ ਮਾਨਸਿਕਤਾ, ਉਹ ਸਮਝ ਲੱਗ ਜਾਵੇਗੀ। ਹੁਣ ਇਹ ਤਕਰੀਬਨ 11 ਸਾਲ ਦਾ ਅਧਿਐਨ ਹੈ ਜਦੋਂ ਕਿ ਅਜੇ ਦੇਸ਼ ਅੰਗਰੇਜ਼ਾਂ ਦੇ ਅਧੀਨ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹ ਬਹੁ ਗਿਣਤੀ ਮਾਨਸਿਕਤਾ ਦਾ ਅਧਿਐਨ ਕਰਦੇ ਨੇ ਤਾਂ CID ਦਾ ਅਸਿਸਟੈਂਟ ਡਾਇਰੈਕਟਰ ਮਿਸਟਰ ਡੀ ਪੈਟਰੀ ਲਿਖਦਾ ਹੈ ਕਿ ਜਿਹੜਾ ਹਿੰਦੂਤਵ ਹੈ ਉਹ ਸਿੱਖ ਧਰਮ ਨੂੰ ਨਿਗਲਣਾ ਚਾਹੁੰਦਾ ਹੈ ਔਰ ਬੜੇ ਖਤਰਨਾਕ ਤਰੀਕੇ ਦੇ ਨਾਲ, ਜਿਸ ਤਰ੍ਹਾਂ ਉਸਨੇ ਬੁੱਧ ਔਰ ਬਾਕੀ ਹੋਰ ਧਰਮਾਂ ਨੂੰ ਖਤਮ ਕੀਤਾ ਹੈ, ਇਸੇ ਤਰ੍ਹਾਂ ਉਹ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਪਰ ਇਸ ਤੋਂ ਅੱਗੇ ਵੀ ਸਮਝਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਨਾਲ ਵਾਅਦਾ ਫਰੋਸ਼ੀ ਔਰ ਵਿਸਾਖਾਤਾ ਦਾ ਸਿਲਸਿਲਾ ਹੁੰਦਾ ਹੈ, ਇਹ ਬੜਾ ਅਹਿਮ ਹੈ। ਸਿੱਖ ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਇੱਕ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਕਿ ਉਹਨਾਂ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਉਹਨਾਂ ਦੇ ਕੋਲ ਆਉਂਦਾ ਹੈ, ਤਾਂ ਉਸ ਵੇਲੇ ਮੋਹਨਦਾਸ ਕਰਮਚੰਦ ਗਾਂਧੀ ਦੇ ਜਿਹੜੇ ਸਿੱਖਾਂ ਨੂੰ ਸੰਦੇਸ਼ ਆਉਂਦੇ ਨੇ, ਉਹਨਾਂ ਸੰਦੇਸ਼ਾਂ ਨੂੰ ਜੇਕਰ ਅਸੀਂ ਧਿਆਨ ਦੇ ਨਾਲ ਵਾਚੀਏ ਤੇ ਇੰਜ ਲੱਗਦਾ ਹੈ ਕਿ ਸਿੱਖਾਂ ਦੀ ਆਪਣੀ ਆਜ਼ਾਦੀ ਦੀ ਲਹਿਰ ਜਿਹੜੀ ਹੈ ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਕਿਸ ਵੇਲੇ ਜਜ਼ਬ ਹੋ ਜਾਂਦੀ ਹੈ, ਸਿੱਖ ਲੀਡਰਸ਼ਿਪ ਉਸ ਨੂੰ ਸਮਝ ਨਹੀਂ ਸਕੀ। ਭਾਵੇਂ ਕਿ ਜੇਕਰ ਤੁਸੀਂ 1929 ਦੇ ਲਾਹੌਰ ਦੇ ਕਾਂਗਰਸ ਸੈਸ਼ਨ ਦੇ ਦੌਰਾਨ ਇੱਕ ਖਾਸ ਜਿਹੜਾ ਹਵਾਲਾ ਉਸੇ ਕਿਤਾਬ ਦੇ ਵਿੱਚ, ਜਿਸ ਕਿਤਾਬ ਦਾ ਨਾਮ ਕਿਉਂ ਕੀਤਾ ਵਿਸਾਹ ਹੈ, ਉਹਦੇ ਵਿੱਚ ਦਿੱਤਾ ਗਿਆ ਹੈ, ਤੇ ਉਹਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਉਹਦਾ ਵੋਲੀਅਮ 2 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹਦੇ ਵਿੱਚ RC ਬੈਨਰਜੀ ਨੇ ਇੱਕ ਗੱਲ ਲਿਖੀ ਹੈ ਕਿ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਕਦੀ ਵੀ ਉਹ ਵਿਧਾਨ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੋਏਗਾ ਜਿਸ ਦੇ ਵਿੱਚ ਸਿੱਖਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਸਾਖਾਤ ਜਾਂ ਉਹਨਾਂ ਦੇ ਹੱਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇਗਾ। ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ ਹੈ। ਗੁਰਦੁਆਰਾ ਸੀਸਗੰਜ, ਜਿੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਨੂੰ ਸਾਖੀ ਜਾਣਦਿਆਂ ਹੋਇਆਂ ਮੋਹਨਦਾਸ ਕਰਮਚੰਦ ਗਾਂਧੀ ਨੇ ਇਹ ਗੱਲ ਕਹੀ, ਜਿਹੜੀ ਗੱਲ ਕਿ 19 ਮਾਰਚ 1931 ਦੀ ਜੰਗ ਇੰਡੀਆ ਅਖਬਾਰ ਦੇ ਵਿੱਚ ਛਪੀ, ਜਦੋਂ ਮੋਹਨਦਾਸ ਕਰਮਚੰਦ ਗਾਂਧੀ ਨੇ ਇਹ ਗੱਲ ਕਹੀ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਸਿੱਖ ਨੇ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਦੂਜੇ ਨੰਬਰ ਦੇ ਸ਼ਹਿਰੀਆਂ ਦਾ ਵਰਤਾਅ ਨਹੀਂ ਕੀਤਾ ਜਾਵੇਗਾ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਪੂਰਨ ਆਜ਼ਾਦੀ ਵਰਗੇ ਜਿਹੜੇ ਹਕੂਕ ਨੇ ਉਹ ਦਿੱਤੇ ਜਾਣਗੇ। ਤੇ ਨਾਲ ਉਸਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਸਿੱਖਾਂ ਨੂੰ ਇਹਨਾਂ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ ਤੇ ਸਿੱਖਾਂ ਦੇ ਕੋਲ ਉਹਨਾਂ ਹੱਕਾਂ ਦੀ ਆਪਣੀ ਪ੍ਰਾਪਤੀ ਦੇ ਵਾਸਤੇ ਸ਼ਸਤਰਬੱਧ ਰਾਹ ਜਿਹੜਾ ਉਹ ਹਮੇਸ਼ਾ ਖੁੱਲ੍ਹਾ ਰਹੇਗਾ। ਇਹ ਗੱਲ ਮੋਹਨਦਾਸ ਕਰਮਚੰਦ ਗਾਂਧੀ ਨੇ ਲਿਖੀ ਹੈ। ਤੇ ਉਹਨੇ ਇੱਕ ਗੱਲ ਵੀ ਕਹੀ ਹੈ ਕਿ ਜੇਕਰ ਸਿੱਖਾਂ ਦੇ ਨਾਲ ਧੋਖਾ ਹੁੰਦਾ ਹੈ ਤਾਂ ਇਹ ਦੇਸ਼ ਦੀ ਤਬਾਹੀ ਦਾ ਕਾਰਨ ਬਣੇਗਾ। ਉਸ ਤੋਂ ਥੋੜਾ ਅਸੀਂ ਜੇ ਹੋਰ ਅੱਗੇ ਆ ਜਾਈਏ ਤੇ ਜਵਾਹਰ ਲਾਲ ਨਹਿਰੂ ਨੇ ਜਿਹੜੀ ਗੱਲ ਸਟੇਟਸਮੈਨ ਅਖਬਾਰ ਦੇ ਵਿੱਚ ਛਪੀ ਸੀ ਤਕਰੀਬਨ ਜੁਲਾਈ 1746 ਦੇ ਵਿੱਚ, ਉਸ ਦੇ ਵਿੱਚ ਵੀ ਜਵਾਹਰ ਲਾਲ ਨਹਿਰੂ ਇਹ ਗੱਲ ਕਹਿੰਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇੱਕ ਐਸਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਉਹ
ਆਜ਼ਾਦੀ ਦੀ ਆਭਾ ਦਾ ਪੂਰਾ ਜਿਹੜਾ ਆਨੰਦ ਹੈ ਉਸ ਨੂੰ ਮਾਣ ਸਕਣ। ਵਕਤ ਬੀਤਿਆ, ਉਸ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਜਾਣਦੇ ਹੋ। ਸਿੱਖ ਲੀਡਰਸ਼ਿਪ ਨੇ ਉਹਨਾਂ ਦੀ ਜ਼ੁਬਾਨ ਤੋਂ ਇਹੀ ਨਿਕਲੀਆਂ ਹੋਈਆਂ ਗੱਲਾਂ ਯਾਦ ਕਰਾਈਆਂ ਤਾਂ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਮੁੱਕਰਦੇ ਹੋਏ ਕਹਿ ਦਿੱਤਾ ਕਿ ਉਹ ਜ਼ਮਾਨੇ ਔਰ ਥੇ, ਜੇ ਜ਼ਮਾਨੇ ਔਰ ਹੈ। ਉਸ ਤੋਂ ਬਾਅਦ ਬੇਸ਼ੱਕ ਆਪਣੀ ਭਾਸ਼ਾ ਦੇ ਆਧਾਰਿਤ ਸੂਬਾ ਲੈਣ ਦੀ ਗੱਲ ਹੋਵੇ, ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਹੱਕਾਂ ਦੀ ਗੱਲ ਹੋਵੇ, ਜੂਨ 84 ਵਿੱਚ ਵਾਪਰਿਆ ਘੱਲੂਕਾਰਾ ਹੋਵੇ ਜਾਂ ਨਵੰਬਰ 84 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਵੇ, ਹਮੇਸ਼ਾ ਕੇਂਦਰ ਦੀ ਕਾਂਗਰਸ ਸਰਕਾਰ ਦੇ ਵੱਲੋਂ ਸਿੱਖਾਂ ਦੇ ਨਾਲ ਜਿਹੜੇ ਵਸਾਘਾਤ ਕੀਤੇ ਗਏ, ਜਿਹੜੀ ਵਾਅਦਾ ਫਰੋਸ਼ੀ ਕੀਤੀ ਗਈ, ਕਿਤੇ ਨਾ ਕਿਤੇ ਉਹ ਸਿੱਖ ਮਾਨਸਿਕਤਾ ਨੂੰ ਰੜਕਦੀ ਰਹੀ। ਪਰ ਪਿਛਲੇ ਕੁਝ ਸਮਿਆਂ ਤੋਂ ਇੱਕ ਵਰਤਾਰਾ ਜਿਹੜਾ ਹੋਰ ਸਾਡੇ ਸਾਹਮਣੇ ਆ ਰਿਹਾ ਹੈ, ਉਹ ਮੈਨੂੰ ਲੱਗਦਾ ਹੈ ਕਿ ਉਹ ਪਹਿਲਾਂ ਨਾਲੋਂ ਵੀ ਕਿਤੇ ਵੱਧ ਖਤਰਨਾਕ ਹੈ। ਮੈਨੂੰ ਅਕਸਰ ਕਈ ਵਾਰੀ ਸਾਮੀ ਦੇਸ਼ਾਂ ਦੀ ਇੱਕ ਘਟਨਾ ਯਾਦ ਆ ਜਾਂਦੀ ਹੈ, ਇੱਕ ਕਹਾਣੀ ਦੇ ਰੂਪ ਦੇ ਵਿੱਚ, ਕਿ ਕਿਸੇ ਰਹਿਬਰ ਦੀ ਕੋਈ ਦਰਗਾਹ ਸੀ ਤੇ ਜਦੋਂ ਲੋਕ ਉਸ ਦਰਗਾਹ ਦੀ ਜ਼ਿਆਰਤ ਵਾਸਤੇ ਜਾਂਦੇ ਸੀ ਤੇ ਉਹਨਾਂ ਨੂੰ ਰੇਤਲੇ ਟਿੱਬਿਆਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਸੀ। ਸੋ ਹਨੇਰੀਆਂ ਆਉਂਦੀਆਂ ਸੀ, ਰਸਤੇ ਖਰਾਬ ਹੋ ਜਾਂਦੇ ਸੀ ਤੇ ਜਦੋਂ ਜ਼ਿਆਰਤ ਕਰਨ ਵਾਲੇ ਰਾਹੀ ਭਟਕ ਜਾਂਦੇ ਸੀ ਤਾਂ ਉਹਨਾਂ ਨੂੰ ਉੱਥੋਂ ਦੇ ਜਿਹੜੇ ਰਾਹਜ਼ਨ ਸੀ, ਜਿਹੜੇ ਲੁਟੇਰੇ ਸੀ, ਉਹ ਲੁੱਟ ਲਿਆ ਕਰਦੇ ਸੀ। ਕੁਝ ਸਿਆਣੇ ਪੁਰਸ਼ਾਂ ਨੇ ਇਹ ਸੋਚਿਆ ਕਿ ਕਿਉਂ ਨਾ ਕੁਝ ਖਾਸ ਲੋਕ, ਖਿਜ਼ਰ ਕਿਹਾ ਜਾਂਦਾ ਰਸਤਾ ਦਿਖਾਉਣ ਵਾਲਾ, ਰਾਹਜ਼ਨ ਕਿਹਾ ਜਾਂਦਾ ਰਸਤੇ 'ਚ ਲੁੱਟਣ ਵਾਲਾ, ਕਿਉਂ ਨਾ ਕੁਝ ਖਾਸ ਲੋਕ ਇੱਕ ਖਾਸ ਲਿਬਾਸ ਦੇ ਵਿੱਚ ਰਸਤੇ ਦੇ ਵਿੱਚ ਕੁਝ ਦੂਰੀ ਦੇ ਉੱਪਰ ਖੜੇ ਕਰ ਦਿੱਤੇ ਜਾਣ, ਜਿਹੜੇ ਲੋਕਾਂ ਨੂੰ ਸੁਚੇਤ ਕਰਨ ਕਿ ਇਸ ਰਸਤੇ ਦੇ ਵਿੱਚੋਂ ਦੀ ਤੁਸੀਂ ਗੁਜ਼ਰਨਾ ਹੈ ਤੇ ਫਿਰ ਤੁਹਾਨੂੰ ਲੁੱਟਿਆ ਨਹੀਂ ਜਾਵੇਗਾ। ਕੁਝ ਦਿਨ ਤਾਂ ਇਹ ਗੱਲ ਚੱਲੀ, ਪਰ ਉਸ ਤੋਂ ਬਾਅਦ ਲੁਟੇਰਿਆਂ ਨੇ ਜਦੋਂ ਇਹ ਸੋਚਿਆ ਕਿ ਹੁਣ ਸਾਡਾ ਕਾਰੋਬਾਰ ਬੰਦ ਹੋ ਰਿਹਾ ਹੈ ਤੇ ਉਹਨਾਂ ਨੇ ਖਿਜ਼ਰ ਦਾ ਲਿਬਾਸ ਪਹਿਨ ਲਿਆ। ਹੁਣ ਲੁਟੇਰੇ ਵੀ ਉੱਥੇ ਖੜੇ ਨੇ ਜਿੱਥੇ ਰਾਹ ਦੱਸਣ ਵਾਲੇ ਨੇ, ਰਾਹ ਦੇ ਵਿੱਚ ਲੁੱਟਣ ਵਾਲੇ ਵੀ ਉੱਥੇ ਨੇ ਜਿੱਥੇ ਰਾਹ ਦੱਸਣ ਵਾਲੇ ਨੇ। ਤੇ ਇੱਕ ਸ਼ਾਇਰ ਨੇ ਬੜੀ ਪਿਆਰੀ ਗੱਲ ਕਹੀ ਹੈ, ਲਿਬਾਸੇ ਖਿਜ਼ਰ ਮੇਂ जहाँ राहज़न भी घूमते हैं जमाने में जीना है तो ਪਹਿਚਾਨ ਪੈਦਾ ਕਰ। ਪੰਜਾਬ ਦੇ ਵਿੱਚ ਜਿਹੜੀਆਂ 2-3 ਦਿਨਾਂ ਤੋਂ ਘਟਨਾਵਾਂ ਵਾਪਰੀਆਂ ਨੇ, ਉਹਨਾਂ ਨੇ ਇਸ ਗੱਲ ਨੂੰ ਸਾਡੇ ਸਾਹਮਣੇ ਲੈ ਆਂਦਾ ਹੈ। ਉਹ ਚਾਹੇ ਲੁਧਿਆਣੇ ਦੇ ਇੱਕ ਕਾਂਗਰਸੀ ਆਗੂ ਮੰਡ ਦੇ ਵੱਲੋਂ ਆਪਣੀ ਦਸਤਾਰ ਦੇ ਨਾਲ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਜਿਹੜੀ ਸੀ ਉਹ ਪੂੰਝੀ ਗਈ ਜਾਂ ਉਸ ਨੂੰ ਸਾਫ਼ ਕੀਤਾ ਗਿਆ, ਜਾਂ ਫਿਰ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਕਰਮ ਗਿੱਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਗਦੀਸ਼ ਟਾਈਟਲਰ ਜਿਹੜਾ ਹੈ ਉਹ ਸਿਰ ਦਾ ਤਾਜ ਹੈ। ਇਹਨਾਂ ਦੋ ਘਟਨਾਵਾਂ ਨੇ ਸਮੁੱਚੀ ਸਿੱਖ ਨੌਜਵਾਨੀ ਦੀ ਮਾਨਸਿਕਤਾ ਨੂੰ ਝੰਜੋੜਿਆ ਹੈ, ਔਰ ਉਹਨਾਂ ਦਿਨਾਂ ਦੇ ਵਿੱਚ ਝੰਜੋੜਿਆ ਹੈ ਜਦੋਂ ਬੇਸ਼ੱਕ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹੁੰਦੇ ਹੈ ਤੇ ਪੰਜਾਬ ਦੇ ਲੋਕ ਆਪਣੇ ਸੰਤਾਪ ਨੂੰ, ਉਸ ਪੀੜ ਨੂੰ ਯਾਦ ਕਰ ਰਹੇ ਹੁੰਦੇ ਆ ਕਿ ਕਿਸ ਤਰ੍ਹਾਂ 10 ਲੱਖ ਲੋਕਾਂ ਦਾ ਦਰਦਨਾਕ ਕਤਲ ਔਰ ਇੰਨੀਆਂ ਵੱਡੀਆਂ ਸ਼ਹਾਦਤਾਂ ਤੋਂ, ਕਤਲੇਆਮ ਤੋਂ, ਨਸਲਕੁਸ਼ੀ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਇਸ ਖਿੱਤੇ ਦੇ ਵਿੱਚ ਆਜ਼ਾਦੀ ਦਾ ਹੱਕ ਮਾਣਨ ਦਾ ਆਨੰਦ ਨਹੀਂ ਮਿਲ ਸਕਿਆ। ਆਜ਼ਾਦੀ ਦਾ ਆਨੰਦ ਮਾਣਨ ਦਾ ਹੱਕ ਨਹੀਂ ਮਿਲ ਸਕਿਆ। ਉਹ ਆਪਣੇ ਨਾਲ ਹੋਏ ਵਸਾਹਘਾਤਾਂ ਨੂੰ, ਵਾਅਦਾ ਫਰੋਸ਼ੀਆਂ ਨੂੰ ਯਾਦ ਕਰ ਰਹੇ ਹੁੰਦੇ ਨੇ। ਉਹ ਬੇਸ਼ੱਕ 1984 ਦੇ ਵਿੱਚ ਆਪਣੇ ਉੱਪਰ ਵਾਪਰੇ ਘੱਲੂਘਾਰੇ ਨੂੰ ਯਾਦ ਕਰਦੇ ਨੇ ਤੇ ਇਹੋ ਜਿਹੇ ਲੋਕਾਂ ਵੱਲੋਂ ਵਿਜੇ ਦਿਵਸ ਮਨਾ ਕੇ ਨੌਜਵਾਨੀ ਨੂੰ ਉਤੇਜਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਉਕਸਾਇਆ ਜਾਂਦਾ ਹੈ, ਉਹਨਾਂ ਨੂੰ ਪ੍ਰਵੋਕ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੁਣ ਜਦੋਂ ਸਮੁੱਚੀ ਕੌਮੀਅਤ ਜਿਹੜੀ ਸੀ, ਖਾਸ ਕਰਕੇ ਨੌਜਵਾਨ ਵਰਗ, ਜਦੋਂ ਰੋਸ ਦਿਵਸ ਮਨਾ ਰਿਹਾ, ਔਰ ਕੇਵਲ ਪੰਜਾਬ ਦੇ ਨੌਜਵਾਨ ਨਹੀਂ, ਹਿੰਦੁਸਤਾਨ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਇਸ ਆਜ਼ਾਦੀ ਦਿਵਸ ਦੇ ਉੱਪਰ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਨੇ, ਕਿਸਾਨਾਂ ਨੇ ਰੋਸ ਮੁਜ਼ਾਹਰਾ ਕੀਤਾ ਹੈ। ਕੁਝ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਦਲਿਤ ਜਥੇਬੰਦੀਆਂ ਨੇ ਰੋਸ ਦਿਵਸ ਵਜੋਂ ਮਨਾਇਆ ਇਸ ਦਿਨ ਨੂੰ। ਪਰ ਜਦੋਂ ਪੰਜਾਬ ਦੇ ਨੌਜਵਾਨ ਬੜਾ ਸ਼ਾਂਤਮਈ ਢੰਗ ਦੇ ਨਾਲ ਇਸ ਰੋਸ ਦਿਵਸ ਨੂੰ ਮਨਾ ਰਹੇ ਸੀ, ਆ ਜਾ ਕੇ ਉਹਦੇ ਵਿੱਚ ਕਾਰਨ ਤਾਂ ਇਹ ਸੀ ਕਿ ਸਾਡੇ ਨਾਲ ਜਿਹੜੇ ਵਸਾਹਘਾਤ ਹੋਏ ਨੇ, ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ, ਉਹ ਸਰਕਾਰ ਨੂੰ ਦੁਬਾਰਾ ਯਾਦ ਕਰਾਏ ਜਾਣ। ਪਰ ਉਹਨਾਂ ਦਿਨਾਂ ਦੇ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਜਾਂ ਉਸ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ, ਭਾਵੇਂ ਕਿ ਬਾਰ-ਬਾਰ ਕਿਹਾ ਜਾਂਦਾ ਹੈ ਕਿ
ਉਸ ਨੂੰ ਅਦਾਲਤ ਦੇ ਵੱਲੋਂ ਕੋਈ ਸਜ਼ਾ ਨਹੀਂ ਦਿੱਤੀ ਗਈ। ਪਰ ਇਹ ਸਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਮਿਸ਼ਨ ਦਰ ਕਮਿਸ਼ਨ ਬਿਠਾਏ ਗਏ ਔਰ ਕਿਸ ਤਰ੍ਹਾਂ ਦੇ ਨਾਲ ਅਦਾਲਤਾਂ ਦੇ ਵਿੱਚ ਇਨਸਾਫ ਮੰਗ ਕੇ ਲੋਕ ਇਸ ਸੰਸਾਰ ਤੋਂ ਚਲੇ ਗਏ। ਪਰ ਇਸ ਇਨਸਾਫ ਦੀ ਪ੍ਰਕਿਰਿਆ ਨੂੰ ਇੰਨਾ ਲੰਬਾ ਖਿੱਚਿਆ ਗਿਆ ਕਿ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਸੀ ਉਹ ਤਾਂ ਚਲੇ ਗਏ ਤੇ ਜਿਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਉਹ ਬਾਹਰ ਬੈਠੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਨ੍ਹਾਂ ਨੂੰ ਸਿੱਖ ਮਾਨਸਿਕਤਾ ਆਪਣੀ ਨਸਲਕੁਸ਼ੀ ਦੇ ਜ਼ਿੰਮੇਵਾਰ ਮੰਨਦੀ ਹੈ, ਉਹ ਚਾਹੇ ਕਮਲਨਾਥ ਹੋਵੇ, ਚਾਹੇ ਸੱਜਣ ਕੁਮਾਰ ਹੋਵੇ ਜਾਂ ਫਿਰ ਉਹ ਜਗਦੀਸ਼ ਟਾਈਟਲਰ ਹੋਵੇ, ਜਦੋਂ ਉਹਨਾਂ ਦੇ ਹੋਰਡਿੰਗਸ, ਉਹਨਾਂ ਦੇ ਪੋਸਟਰ, ਉਹਨਾਂ ਦੇ ਜਨਮ ਦਿਨ ਅੰਮ੍ਰਿਤਸਰ ਦੇ ਵਿੱਚ ਮਨਾਏ ਜਾਣਗੇ, ਇਹ ਐਲਾਨ ਕੀਤਾ ਜਾਵੇਗਾ ਕਿ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਉਹਨਾਂ ਦੀ ਚੜ੍ਹਦੀ ਕਲਾ ਦੇ ਵਾਸਤੇ, ਤਾਂ ਸਿੱਖ ਮਾਨਸਿਕਤਾ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਹੈਰਾਨਗੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਹੈ ਉਹ ਇੱਕ ਪਾਸੇ ਤਾਂ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ, ਦੂਸਰੇ ਪਾਸੇ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਸ਼ਾਂਤੀ ਦੇ ਨਾਲ ਕੋਈ ਰੋਸ ਦਿਵਸ ਵੀ ਮਨਾਉਂਦੇ ਹੈ ਤਾਂ ਉਹਨਾਂ ਦੇ ਬਰਖਲਾਫ ਜਦੋਂ ਇਵੇਂ ਦੀਆਂ ਉਤੇਜਿਤ ਕਰਨ ਵਾਲੀਆਂ ਕਾਰਵਾਈਆਂ ਹੁੰਦੀਆਂ ਨੇ, ਫਿਰ ਨੌਜਵਾਨਾਂ ਨੂੰ ਤੁਸੀਂ ਕਿਵੇਂ ਸਬਰ ਦੇ ਵਿੱਚ ਰੱਖ ਸਕਦੇ ਹੋ? ਫਿਰ ਕੀ ਪੰਜਾਬ ਦਾ ਇਸ ਜਿਹੜਾ ਸ਼ਾਂਤ ਮਾਹੌਲ ਹੈ ਇਸ ਨੂੰ ਖਰਾਬ ਕਰਨ ਦੀ ਜ਼ਿੰਮੇਵਾਰੀ ਕਿਹਨਾਂ ਦੇ ਉੱਪਰ ਆ ਡਿੱਗਦੀ ਹੈ? ਤੇ ਦੂਸਰੇ ਪਾਸੇ ਜਦੋਂ ਅਕਾਲੀ ਲੀਡਰਸ਼ਿਪ ਦੀ ਗੱਲ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ 1984 ਤੋਂ ਬਾਅਦ ਜਿੰਨੀਆਂ ਕੁ ਇਲੈਕਸ਼ਨਾਂ ਅਕਾਲੀ ਦਲ ਦੇ ਵੱਲੋਂ ਲੜੀਆਂ ਗਈਆਂ ਨੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਹੇਠ ਨੇ, ਚਾਹੇ ਉਹ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਦੇ ਵਾਸਤੇ ਲੜੀਆਂ ਗਈਆਂ, ਪਰ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਮੁੱਖ ਮੁੱਦਾ ਬਣਾਇਆ ਗਿਆ ਜੂਨ 84 ਦਾ ਘੱਲੂਘਾਰਾ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ। ਔਰ ਮੇਰੇ ਖਿਆਲ ਦੇ ਨਾਲ ਤਾਂ ਹੁਣ ਨੌਜਵਾਨਾਂ ਤੋਂ ਵੱਧ ਅਕਾਲੀ ਦਲ ਨੂੰ ਇਸ ਹਰਕਤ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਦਾ ਘਾਣ ਹੋਇਆ, ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਹਨਾਂ ਕਤਲੇਆਮਾਂ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਤਸਵੀਰਾਂ ਲੱਗ ਰਹੀਆਂ ਨੇ, ਪੋਸਟਰ ਲੱਗ ਰਹੇ ਨੇ, ਹੋਰਡਿੰਗਸ ਲੱਗ ਰਹੇ ਨੇ ਔਰ ਇਹ ਐਲਾਨ ਕੀਤਾ ਜਾ ਰਿਹਾ ਕਿ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਖੰਡ ਪਾਠ ਸਾਹਿਬ ਰੱਖ ਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ। ਮੇਰੇ ਖਿਆਲ ਦੇ ਨਾਲ ਤੇ ਇੱਥੇ ਕੇਂਦਰ ਨੂੰ ਔਰ ਸੂਬੇ ਦੀ ਸਰਕਾਰ ਨੂੰ ਦੋਹਾਂ ਨੂੰ ਸੋਚਣ ਦੀ ਲੋੜ ਹੈ ਕਿ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਜ਼ਿੰਮੇਵਾਰ ਕੌਣ ਹੈ। ਆ ਜਾ ਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ 2-3 ਵਿਅਕਤੀ ਨੇ, ਨਾ ਤਾਂ ਇਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਰਾਜਸੀ ਸੂਝ-ਬੂਝ ਹੈ, ਨਾ ਇਹ ਪੰਜਾਬ ਦੇ ਸਮਾਜਿਕ ਤਾਣੇ-ਮਾਣੇ ਨੂੰ ਜਾਂ ਪੰਜਾਬ ਦੇ ਨਾਲ ਜਿਹੜੇ ਵਿਸਾਖਾਤ ਹੋਏ ਨੇ ਨਾ ਉਹਦੇ ਬਾਰੇ ਜਾਣਦੇ ਨੇ। ਕੇਵਲ ਤੇ ਕੇਵਲ ਸੋਸ਼ਲ ਮੀਡੀਆ ਦੇ ਉੱਪਰ ਇਹੋ ਜਿਹੇ ਭੜਕਾਊ ਬਿਆਨ ਦੇ ਕੇ ਨੌਜਵਾਨਾਂ ਨੂੰ ਉਤੇਜਿਤ ਕਰਨਾ ਔਰ ਫਿਰ ਕਹਿਣਾ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ, ਮਾਹੌਲ ਖਰਾਬ ਹੋ ਰਿਹਾ ਹੈ, ਜ਼ਿੰਮੇਵਾਰੀ ਪੰਜਾਬ ਦੇ ਨੌਜਵਾਨਾਂ ਦੇ ਸਿਰ ਸੁੱਟੀ ਜਾਂਦੀ ਹੈ। ਪਰ ਇਹ ਜਿਹੜੇ ਘਟੀਆ ਪੱਧਰ ਦੇ ਲੀਡਰ ਇਵੇਂ ਦੀ ਬਿਆਨਬਾਜ਼ੀ ਕਰਦੇ ਨੇ, ਮੇਰੇ ਖਿਆਲ ਨਾਲ ਤਾਂ ਇਹਨਾਂ ਨੂੰ ਲੀਡਰ ਸ਼ਬਦ ਦੇ ਨਾਲ ਵੀ ਸੰਬੋਧਿਤ ਨਹੀਂ ਹੋਣਾ ਚਾਹੀਦਾ। ਇਹ ਘਟੀਆ ਕਿਸਮ ਦੇ ਕਰਿੰਦੇ ਜਿਹੜੇ ਇਵੇਂ ਦੀ ਹਰਕਤ ਕਰਦੇ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਮੀਡੀਆ ਦੀ ਹਾਜ਼ਰੀ ਦੇ ਵਿੱਚ 1900 ਮੈਂ ਜੇ ਪਿੱਛੇ ਚਲਾ ਜਾਵਾਂ ਤੇ 1910 ਤੋਂ ਲੈ ਕੇ ਤਕਰੀਬਨ 2020 ਤੱਕ ਜੋ ਕੁਝ ਸਿੱਖ ਕੌਮ ਦੇ ਨਾਲ ਵਾਪਰਿਆ ਹੈ, ਇਹਨਾਂ ਨੂੰ ਉਸ ਦੀ ਜਾਣਕਾਰੀ ਵੀ ਹੋਵੇ ਜਾਂ ਉਸ ਦੇ ਉੱਪਰ ਚਰਚਾ ਕਰਨ ਦੀ ਕਾਬਲੀਅਤ ਰੱਖਦੇ ਹੋਣ। ਸੋ ਕਿਤੇ ਨਾ ਕਿਤੇ ਮੈਂ ਇਹਨਾਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ। ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ, ਚਾਹੇ 1947 ਦੇ ਵਿੱਚ ਵਾਪਰਿਆ ਹੈ, ਚਾਹੇ ਉਹ ਨਵੰਬਰ 84 ਚ ਵਾਪਰਿਆ ਹੈ, ਚਾਹੇ ਜੂਨ 84 ਚ ਵਾਪਰਿਆ, ਚਾਹੇ 1966 ਦੇ ਵਿੱਚ ਵਾਪਰਿਆ ਤੇ ਚਾਹੇ ਹੁਣ ਵਾਪਰ ਰਿਹਾ ਹੈ, ਪੰਜਾਬ ਦਾ ਨੌਜਵਾਨ ਉਸ ਸੰਤਾਪ ਨੂੰ ਹੰਢਾਉਂਦਾ ਹੈ ਤੇ ਤੁਸੀਂ ਉਸ ਸੰਤਾਪ ਨੂੰ ਪੈਦਾ ਕਰਨ ਦੇ ਕਾਰਨ ਬਣਦੇ ਹੋ। ਹੁਣ ਮੈਂ ਇੱਕ ਗੱਲ ਹੋਰ ਵੀ ਬੇਨਤੀ ਕਰਦੇ ਹਾਂ ਕਿ ਪੰਜਾਬ ਦਾ ਨੌਜਵਾਨ ਰਾਜਸੀ ਤੌਰ ਤੇ ਮਤ ਸਮਝੋ ਕਿ ਬੌਧਿਕ ਪੱਧਰ ਤੋਂ ਹੀਣਾ ਹੈ, ਉਹ ਰਾਜਸੀ ਤੌਰ ਤੇ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਸਿਆਸੀ ਕਰਿੰਦਿਆਂ ਤੋਂ ਜ਼ਿਆਦਾ ਸੂਝ ਰੱਖਦਾ ਹੈ, ਕਿਉਂਕਿ ਇਹਨਾਂ ਲੋਕਾਂ ਦਾ ਆ ਜਾ ਕੇ ਅੰਤਮ ਨਿਸ਼ਾਨਾ ਹੈ ਕਿ ਪਹਿਲਾਂ ਸਿੱਖ ਨੌਜਵਾਨਾਂ ਦੇ ਖਿਲਾਫ ਬੋਲਣਾ, ਫਿਰ ਨੌਜਵਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਖਿਲਾਫ ਬੋਲਣਾ, ਫਿਰ ਆਪਣੇ ਆਪ ਨੂੰ ਮੀਡੀਆ 'ਤੇ ਇਸ ਤਰ੍ਹਾਂ ਪੇਸ਼ ਕਰਨਾ ਕਿ ਸਾਨੂੰ ਅੱਤਵਾਦੀਆਂ ਦੀਆਂ ਧਮਕੀਆਂ ਆ ਰਹੀਆਂ ਨੇ, ਸਾਨੂੰ ਖਾੜਕੂ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ, ਉਸ ਤੋਂ ਬਾਅਦ ਸਿਕਿਉਰਿਟੀ ਲੈਣੀ ਤੇ ਇੱਕ ਘਟੀਆ ਜਿਹੇ ਪੱਧਰ ਦੇ ਆਗੂ ਦੇ ਰੂਪ 'ਚ ਉੱਭਰਨਾ ਜਾਂ ਫਿਰ ਆਪਣੇ ਛੋਟੇ ਜਿਹੇ ਸਿਆਸੀ ਹਿੱਤਾਂ ਦੀ ਪੂਰਤੀ ਕਰਨੀ। ਪਰ ਜੇਕਰ ਤੁਸੀਂ ਧਿਆਨ ਦੇ ਨਾਲ ਸੋਚੋ ਤਾਂ ਪੰਜਾਬ ਦਾ ਨੌਜਵਾਨ ਵਰਗ ਜਿਹੜਾ ਹੈ ਉਹ ਤਾਂ ਇੰਨਾ ਖੁੱਲ੍ਹ ਦਿਲ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੇ ਕਤਲ ਦੇ ਉੱਪਰ ਕਿਹੜਾ ਬਿਆਨ ਦਿੱਤਾ ਸੀ। ਪਰ ਜੇਕਰ ਉਸੇ ਰਾਜੀਵ ਗਾਂਧੀ ਦਾ ਬੇਟਾ ਜਾਂ ਉਸ ਦੀ ਬੇਟੀ, ਮੇਰਾ ਭਾਵ ਹੈ ਕਿ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਪੰਜਾਬ 'ਚ ਆਉਂਦੇ ਨੇ ਤਾਂ ਪੰਜਾਬ ਦਾ ਨੌਜਵਾਨ ਉਸ ਦੀ ਕੋਈ ਵਿਰੋਧਤਾ ਨਹੀਂ ਕਰਦਾ, ਕਿਉਂਕਿ ਪੰਜਾਬ ਦਾ ਨੌਜਵਾਨ ਇਸ ਪੱਧਰ ਤੋਂ ਚੇਤਨ ਹੈ ਕਿ ਇਹਨਾਂ ਬੱਚਿਆਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਇਹ ਸਾਡੀ ਇੱਕ ਕੌਮੀ ਗੁਣ ਹੈ, ਇਹ ਸਾਡੀ ਇੱਕ ਕੌਮੀ ਵਿਰਾਸਤ ਦਾ ਹਿੱਸਾ ਹੈ ਕਿ ਅਸੀਂ ਦੋਸ਼ੀ ਦੇ ਪਰਿਵਾਰ ਨੂੰ ਦੋਸ਼ੀ ਨਹੀਂ ਗਿਣਦੇ।
ਪਰ ਤੁਸੀਂ ਜਿਸ ਤਰ੍ਹਾਂ ਦੇ ਨਾਲ ਬਾਰ-ਬਾਰ ਸਿੱਖ ਨੌਜਵਾਨੀ ਨੂੰ ਉਕਸਾ ਰਹੇ ਹੋ, ਮੇਰੇ ਖਿਆਲ ਦੇ ਨਾਲ ਤੁਸੀਂ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦੀ, ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਅੱਗ ਫਿਰ ਪੰਜਾਬ ਦੇ ਵਿੱਚ ਫੈਲਦੀ ਹੈ ਤਾਂ ਤੁਸੀਂ ਵੀ ਫਿਰ ਉਸ ਤੋਂ ਵਾਂਝੇ ਨਹੀਂ ਰਹੇਗੇ। ਸਾਰੇ ਪੰਜਾਬ ਨੂੰ ਇਸ ਭੱਠੀ ਦੇ ਵਿੱਚ ਨਾ ਝੋਕੋ। ਔਰ ਖਾਸ ਕਰਕੇ ਪੰਜਾਬ ਦਾ ਜਿਹੜਾ ਸਿਆਣਾ ਹਿੰਦੂ ਵਰਗ ਹੈ, ਕਿਉਂਕਿ ਕੁਝ ਦਿਨਾਂ ਤੋਂ ਮੇਰੀ ਹੋਰ ਵਿਦਵਾਨਾਂ ਦੇ ਨਾਲ ਵੀ ਗੱਲਬਾਤ ਹੋਈ, ਤਾਂ ਉਹ ਵੀ ਨਹੀਂ ਚਾਹੁੰਦੇ, ਉਹਨਾਂ ਨੇ ਵੀ ਪਿਛਲੇ ਸਮੇਂ 'ਚ ਜਿਹੜਾ ਆਪਣੇ ਵਪਾਰਕ ਪੱਧਰ ਦੇ ਉੱਪਰ ਸੰਤਾਪ ਝੱਲਿਆ ਉਸ ਤੋਂ ਪੂਰੀ ਤਰ੍ਹਾਂ ਦੇ ਨਾਲ ਜਾਣੂ ਨੇ। ਜਿਹੜਾ ਸਿਆਣਾ ਹਿੰਦੂ ਵਰਗ ਹੈ ਉਹ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਆ 5-6 ਲੋਕ ਨੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਇਸ ਤਰ੍ਹਾਂ ਦੇ ਨਾਲ ਖਰਾਬ ਕਰਦੇ ਨੇ ਕਿ ਉਹ ਸਿੱਖ ਨੌਜਵਾਨੀ ਨੂੰ ਬਾਰ-ਬਾਰ ਉਕਸਾਉਂਦੇ ਨੇ, ਉਹਨਾਂ ਨੂੰ ਪ੍ਰਵੋਕ ਕਰਦੇ ਨੇ। ਤੇ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਦੀ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਫਿਰ ਗ੍ਰਿਫਤਾਰੀਆਂ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾਂਦੀਆਂ ਨੇ, ਫਿਰ ਕੇਸ ਉਹਨਾਂ ਦੇ ਉੱਪਰ ਪਾਏ ਜਾਂਦੇ ਨੇ, ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡੱਕਿਆ ਜਾਂਦਾ ਹੈ। ਤੇ ਜਿਹੜੇ ਇਹ ਕਾਰਨ ਨੇ, ਇਹਨਾਂ ਕਾਰਨਾਂ ਦੀ ਕਦੀ ਜਾਂਚ ਨਹੀਂ ਕੀਤੀ ਜਾਂਦੀ ਕਿ ਇਹ ਉਹ ਲੋਕ ਨੇ ਜਿਹੜੇ ਨੌਜਵਾਨਾਂ ਨੂੰ ਉਕਸਾਉਂਦੇ ਨੇ। ਸੋ ਮੈਂ ਫਿਰ ਇੱਕ ਬੇਨਤੀ ਕਰਾਂ ਕਿ ਕਿਤੇ ਫਿਰ ਪੰਜਾਬ ਦੇ ਹਾਲਾਤਾਂ ਨੂੰ ਜਾਂ ਨੌਜਵਾਨੀ ਨੂੰ ਉਕਸਾ ਕੇ ਭੜਕਾ ਕੇ ਇਵੇਂ ਦੇ ਹਾਲਾਤ ਪੈਦਾ ਨਾ ਕਰੋ ਕਿ ਅੰਤ ਨੂੰ ਤੁਹਾਨੂੰ ਫਿਰ ਇਹ ਗੱਲ ਕਹਿਣੀ ਪਵੇ ਕਿ वो वक्त भी देखे हैं तारीख की राहों ने, लम्हों ने खता की, सदियों ने सजा पाई। सो इन्नियां बेनतियां प्रवान, फतेह दी सांझ गज के आखियो जी। वाहिगुरू जी का खालसा, वाहिगुरू जी की फतेह।